हाँ जी, अपना सबजैक्ट हैगा आर्टिफिशियल इंटैलीजेंस। बुक मैं तुहानूं दस दित्ती है, कल्याणी पब्लिशर दी है, सुनीता मानरो ते राजन मानरो दी। ਤਾਂ ਅੱਜ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਆਰਟੀਫਿਸ਼ੀਅਲ ਇੰਟੈਲੀਜੈਂਸ। ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਕੀ ਚੀਜ਼? ਦੇਖੋ, ਆਪਣੇ ਕੋਲ ਕੰਪਿਊਟਰਸ ਨੇ ਕੰਮ ਕਰਨ ਲਈ, ਰੋਬੋਟਸ ਨੇ, ਕਾਫੀ ਤਰ੍ਹਾਂ ਦੀਆਂ ਹੋਰ ਮਸ਼ੀਨਸ ਨੇ, ਜਿਵੇਂ ਆਪਣੇ ਕਲੋਥਸ ਵਗੈਰਾ ਵਾਸ਼ ਕਰਨ ਲਈ ਵਾਸ਼ਿੰਗ ਮਸ਼ੀਨ ਹੈ, ਰੈਫ੍ਰਿਜਰੇਟਰ ਹੈ। ਜਿਹੜੀਆਂ ਸਾਰੀਆਂ ਮਸ਼ੀਨਸ ਹੈ ਇਹ ਵੀ ਇੱਕ ਤਰ੍ਹਾਂ ਦਾ ਆਪਣੇ ਕੋਲ ਡਿਵਾਈਸਿਸ ਨੇ। ਕੰਪਿਊਟਰ ਸਿਸਟਮ ਇਹਨਾਂ ਦੇ ਵਿੱਚ ਵਰਕ ਕਰਦਾ। ਇਹ ਕੀ ਹੈ? ਸਾਰੀਆਂ ਡੀਫ ਐਂਡ ਡਮ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਮਸ਼ੀਨਸ ਨੇ, ਕਿ ਇਹ ਸਿਰਫ ਉਹੀ ਕੰਮ ਕਰਦੀਆਂ ਜਿਨ੍ਹਾਂ ਦੀ ਇੰਸਟਰਕਸ਼ਨਸ ਆਪਣੇ ਵੱਲੋਂ ਇਹਨਾਂ ਨੂੰ ਦਿੱਤੀ ਜਾਂਦੀ ਹੈ ਮਸ਼ੀਨਸ ਨੂੰ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਉਹ ਮਸ਼ੀਨਸ ਜਾਂ ਉਹ ਡਿਵਾਈਸਿਸ ਆਪਾਂ ਕਹਿ ਸਕਦੇ ਹਾਂ ਆਉਂਦੇ ਹੈ ਜਿਹੜੇ ਕਿ ਇੱਕ ਹਿਊਮਨ ਦੀ ਤਰ੍ਹਾਂ ਸੋਚ ਸਕਣ, ਹਿਊਮਨ ਦੀ ਤਰ੍ਹਾਂ ਪ੍ਰੋਬਲਮ ਨੂੰ ਸੋਲਵ ਕਰਨ, ਹਿਊਮਨ ਦੀ ਤਰ੍ਹਾਂ ਉਸ ਨੂੰ ਸੋਚਣ, ਉਸ 'ਤੇ ਡਿਸੀਜ਼ਨਸ ਆਪਣੇ ਵੱਲੋਂ ਹੀ ਲੈਣ, ਜਿਹਦੇ ਵਿੱਚ ਕੀ ਹੈ ਹਿਊਮਨ ਇੰਟਰਫੇਅਰੈਂਸ ਦੀ ਜ਼ਰੂਰਤ ਨਹੀਂ ਪੈਂਦੀ। ਉਸ ਸਿਸਟਮ ਨੂੰ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਕਹਿੰਦੇ ਹਾਂ ਕਿ ਹਿਊਮਨ ਦੀ ਤਰ੍ਹਾਂ ਇੰਟੈਲੀਜੈਂਸ ਹੋਊਗੀ, ਬਿਲਕੁਲ ਹਿਊਮਨ ਜਿਵੇਂ ਸੋਚਦਾ ਉਵੇਂ ਸੋਚੂਗਾ। ਮੰਨ ਲਓ ਕੋਈ ਪ੍ਰੋਬਲਮ ਆਈ ਤਾਂ ਜਿਵੇਂ ਹਿਊਮਨ ਉਹਦੇ ਬਾਰੇ ਸੋਚਦਾ, ਉਹਦਾ ਸਲਿਊਸ਼ਨਸ ਫਾਈਂਡ ਆਊਟ ਕਰਦਾ, ਉਸੇ ਤਰ੍ਹਾਂ ਹੀ ਜਿਹੜੀ ਉਹ ਮਸ਼ੀਨ ਹੈ ਇੰਟੈਲੀਜੈਂਸ ਹਿਊਮਨ ਦੀ ਤਰ੍ਹਾਂ ਯੂਜ਼ ਕਰਕੇ ਉਹਦੇ ਸਲਿਊਸ਼ਨਸ ਫਾਈਂਡ ਆਊਟ ਕਰੂਗੀ। ਬਟ ਉਹ ਇੰਟੈਲੀਜੈਂਸ ਕੀ ਆ? ਆਰਟੀਫਿਸ਼ੀਅਲ ਹੋਊਗੀ। ਆਰਟੀਫਿਸ਼ੀਅਲ ਮੀਨਿੰਗ ਕਿ ਜਿਵੇਂ ਹਿਊਮਨ ਦੇਖੋ ਸੋਚਦਾ, ਆਪਣੀ ਥਿੰਕਿੰਗ ਕੀ ਹੈ ਗੋਡ ਵੱਲੋਂ ਬਣਾਈ ਗਈ ਹੈ, ਪਰ ਨੈਚੁਰਲੀ ਇੰਟੈਲੀਜੈਂਸ ਆਪਣੇ ਵਿੱਚ ਹੈਗੀ ਹੈ। ਬਟ ਜਿਹੜੀ ਮਸ਼ੀਨ ਦੇ ਵਿੱਚ ਇੰਟੈਲੀਜੈਂਸ ਹੋਊਗੀ ਉਹ ਆਰਟੀਫਿਸ਼ੀਅਲ ਹੋਊਗੀ, ਉਹ ਮਨੁੱਖ ਦੁਆਰਾ, ਹਿਊਮਨ ਦੁਆਰਾ ਕ੍ਰੀਏਟ ਕੀਤੀ ਗਈ ਹੋਊਗੀ। ਉਹ ਨੈਚੁਰਲ ਜਿਹੜੀ ਇੰਟੈਲੀਜੈਂਸ ਹੈ ਨਹੀਂ ਹੋਊਗੀ, ਉਹਨੂੰ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਕਹਾਂਗੇ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਕੀ ਹੈ ਕਿ ਆਪਣੀ ਲਾਈਫ ਬਹੁਤ ਜ਼ਿਆਦਾ ਫਾਸਟ ਹੋ ਜੂਗੀ। ਰਾਈਜ਼ ਆਫ AI ਹੈਜ਼ ਗਿਵਨ ਵੇ ਟੂ ਨਿਊ ਟੈਕਨੋਲੋਜੀਜ਼। AI ਦੇ ਆਉਣ ਨਾਲ ਕੀ ਆਪਾਂ ਨੂੰ ਕਾਫੀ ਸਾਰੀਆਂ ਨਵੀਆਂ ਟੈਕਨੋਲੋਜੀਜ਼ ਮਿਲ ਚੁੱਕੀਆਂ। ਪ੍ਰੋਪਰ ਮਸ਼ੀਨਸ ਤਾਂ ਹਾਲੇ ਇੱਦਾਂ ਦੀਆਂ ਮਤਲਬ ਆਪਾਂ ਨਹੀਂ ਕਹਿ ਸਕਦੇ ਕਿ ਪ੍ਰੋਪਰ ਇੱਕ ਮਸ਼ੀਨ ਬਣ ਗਈ ਹੈ ਜਿਹੜੀ ਹਿਊਮਨ ਦੀ ਤਰ੍ਹਾਂ ਬਿਹੇਵ ਕਰੇ। ਬਟ ਕੁਛ ਕੁ ਮਸ਼ੀਨਸ ਦੇ ਵਿੱਚ ਕੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਆਪਾਂ ਨੂੰ ਝਲਕ ਵੇਖਣ ਨੂੰ ਮਿਲਦੀ ਹੈ। ਜਿਵੇਂ AI ਦੀ ਨਾਲ ਕੀ ਹੈ, ਜਿਵੇਂ ਕਲਾਊਡ ਕੰਪਿਊਟਿੰਗ ਆਈ ਹੈ, ਬਿਗ ਡੇਟਾ ਟੈਕਨੀਕ ਆਈ, ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਆਈ। ਇਸ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਨੂੰ ਐਪਲੀਕੇਸ਼ਨਸ ਮਿਲੀਆਂ, ਇਸ ਤਰ੍ਹਾਂ ਦੀਆਂ ਡਿਵਾਈਸਿਸ ਮਿਲੀਆਂ ਜਾਂ ਟੈਕਨੋਲੋਜੀਜ਼ ਮਿਲੀਆਂ, ਇਹ ਸਾਰੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਹੀ ਦੇਣ ਨੇ। ਇਹਦੀ ਲਾਸਟ ਵਾਲੀ ਲਾਈਨ ਦੇਖੋ, ਵੀ ਆਲ ਆਰ ਲਿਵਿੰਗ ਇਨ ਅ ਵੈਰੀ ਡਿਫਰੈਂਟ ਵਰਲਡ ਇਨ ਵਿਚ ਮਸ਼ੀਨਸ ਕੈਨ ਸਪੀਕ, ਮਸ਼ੀਨਸ ਹੈਜ਼ ਵਿਜ਼ਨ, ਮਸ਼ੀਨਸ ਹੈਵ ਆਲ ਟਾਈਪ ਆਫ ਪਰਸੈਪਸ਼ਨਸ, ਫੀਲਿੰਗਸ ਟੂ। ਕਹਿੰਦੇ ਅੱਜ ਕੱਲ੍ਹ ਆਪਾਂ ਇਹੋ ਜਿਹੇ ਵਰਡ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਕਿ ਇਹ ਮਸ਼ੀਨਸ ਬੋਲਦੀਆਂ ਨੇ। ਮਸ਼ੀਨਸ ਵਿਜ਼ਨ ਮੀਨਸ ਕਿ ਦੇਖ ਸਕਦੀਆਂ ਆਪਣੇ ਆਲੇ ਦੁਆਲੇ ਜੋ ਉਹਨਾਂ ਦੇ ਹੋ ਰਿਹਾ। ਈਵਨ ਕਿ ਕਹਿੰਦੇ ਕੁਛ ਕੁ ਮਸ਼ੀਨਸ ਆਪਾਂ ਇਹੋ ਜਿਹੀਆਂ ਕ੍ਰੀਏਟ ਕਰਨ ਦੇ ਵਿੱਚ ਸਕਸੈਸਫੁਲ ਹੋ ਗਏ ਹੈ ਜਿਹੜੀਆਂ ਕਿ ਫੀਲਿੰਗ ਵੀ ਸਮਝਦੀਆਂ ਆਪਣੀਆਂ, ਜੋ ਕਿ ਮਨੁੱਖ ਦੀਆਂ ਫੀਲਿੰਗ ਹੁੰਦੀਆਂ, ਹੈਪੀਨੈਸ, ਸੈਡਨੈਸ, ਉਹ ਆਪਣੀ ਫੀਲਿੰਗਸ ਵੀ ਕੀ ਹੈ ਮਸ਼ੀਨਸ ਸਮਝਦੀਆਂ ਨੇ। ਇਹ ਸਾਰੀਆਂ ਜਿਹੜੀ ਆਪਾਂ ਨੂੰ ਸਕਸੈਸ ਮਿਲਿਆ ਕਿ ਮਸ਼ੀਨਸ ਬੋਲਦੀਆਂ, ਦੇਖਦੀਆਂ, ਸਮਝਦੀਆਂ ਚੀਜ਼ ਨੂੰ, ਇਹ ਸਾਰਾ ਕੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਹੀ ਹੈ। Artificial intelligence is the area of the computer science having the ability of a computer machine to perform those activities that require intelligence. Artificial computer science ਦਾ ਇੱਕ ਉਹ ਏਰੀਆ ਜਿਹਦੇ ਵਿੱਚ ਆਪਾਂ ਨੂੰ ਕੀ ਬੈਨੀਫਿਟ ਮਿਲਦਾ ਕਿ ਜਿਹੜੀ ਮਸ਼ੀਨ ਹੈ ਆਪਣੀ ਉਹ ਐਕਟੀਵਿਟੀਜ਼ ਵੀ ਪਰਫੋਰਮ ਕਰੇ ਜਿਨ੍ਹਾਂ ਦੇ ਵਿੱਚ ਸਿਰਫ ਅਤੇ ਸਿਰਫ ਇੰਟੈਲੀਜੈਂਸ ਹੀ ਰਿਕੁਆਇਰ ਹੈ, ਕਿ ਇਹੋ ਜਿਹੀਆਂ ਪ੍ਰੋਬਲਮਸ ਨੂੰ ਸੋਲਵ ਕਰੇ ਜਿਨ੍ਹਾਂ ਨੂੰ ਸਿਰਫ ਹਿਊਮਨ ਸੋਲਵ ਕਰ ਸਕਦਾ। ਉਹ ਵਾਲੀਆਂ ਪ੍ਰੋਬਲਮਸ ਮਸ਼ੀਨ ਦੁਆਰਾ ਸੋਲਵ ਕੀਤੀਆਂ ਜਾਣ ਤਾਂ ਕਿ ਆਪਣਾ ਕੰਮ ਹੋਰ ਜ਼ਿਆਦਾ ਫਾਸਟ ਹੋ ਸਕੇ। ਅਤੇ ਇਹਨਾਂ ਮਸ਼ੀਨਸ ਦੇ ਵਿੱਚ ਆਪਾਂ ਨੂੰ ਹਿਊਮਨ ਇੰਟਰਫੇਸ ਦੀ ਜ਼ਰੂਰਤ ਨਾ ਹੋਵੇ। ਜਿਹੜਾ ਬਾਕਸ ਦੇ ਵਿੱਚ ਡੈਫੀਨੇਸ਼ਨ ਲਿਖੀ ਹੈ, AI ਇਜ਼ ਦਾ ਬ੍ਰਾਂਚ ਆਫ ਕੰਪਿਊਟਰ ਸਾਇੰਸ ਦੈਟ ਡੀਲਸ ਵਿਦ ਰਾਈਟਿੰਗ ਕੰਪਿਊਟਰ ਪ੍ਰੋਗਰਾਮਸ ਦੈਟ ਕੈਨ ਸੋਲਵ ਪ੍ਰੋਬਲਮ ਕ੍ਰੀਏਟਿਵਲੀ। ਕਿ AI ਕਹਿੰਦੇ ਕੰਪਿਊਟਰ ਸਾਇੰਸ ਦੀ ਇੱਕ ਬ੍ਰਾਂਚ ਹੈ ਜਿਹੜੀ ਕਿ ਡੀਲ ਕਾਹਦੇ ਨਾਲ ਕਰਦੀ ਹੈ। ਇਹਦੇ ਵਿੱਚ ਵੀ ਦੇਖੋ ਪ੍ਰੋਗਰਾਮਸ ਹੀ ਲਿਖੇ ਹੋਣਗੇ। ਇਹ ਕੋਈ ਵੀ ਮਸ਼ੀਨ ਆ ਉਹਦੇ ਵਿੱਚ ਕੀ ਹੈ ਕੋਡਿੰਗ ਹੋ ਕੇ ਹੀ ਮਸ਼ੀਨ ਤਿਆਰ ਕਰਦੀ ਹੈ, ਕੋਡਿੰਗ ਦੇ ਬੇਸ 'ਤੇ ਹੀ ਵਰਕਿੰਗ ਹੁੰਦੀ ਹੈ।
ਤਾਂ ਇਹਦੇ ਵਿੱਚ ਇਹ ਕਿਹਾ ਗਿਆ ਕਿ ਇਹੋ ਜਿਹੇ ਪ੍ਰੋਗਰਾਮਸ ਉਹਦੇ ਵਿੱਚ ਬਣੇ ਹੋਣਗੇ ਜਿਹੜੇ ਕਿ ਪ੍ਰੋਬਲਮ ਨੂੰ ਕ੍ਰੀਏਟਿਵਲੀ ਕਿ ਨਵੇਂ ਤਰੀਕੇ ਨਾਲ ਆਪਣੇ ਆਪ ਸੋਚ ਕੇ ਮਸ਼ੀਨ ਦੁਆਰਾ ਸੋਚਿਆ ਜਾਊਗਾ ਅਤੇ ਮਸ਼ੀਨ ਦੁਆਰਾ ਹੀ ਨਵੇਂ ਤਰੀਕਿਆਂ ਨਾਲ ਜਿਹੜੀ ਹੈਗੀ ਹੈ ਪ੍ਰੋਬਲਮ ਨੂੰ ਸੋਲਵ ਕੀਤਾ ਜਾਊਗਾ। ਨੈਕਸਟ ਆਪਾਂ ਨੇ ਲਿਖਿਆ ਹੋਇਆ ਨੌਲੇਜ ਇੰਟੈਲੀਜੈਂਸ ਰਿਲੇਸ਼ਨ। ਨੌਲੇਜ ਅਤੇ ਇੰਟੈਲੀਜੈਂਸ ਦਾ ਦੇਖੋ ਕੀ ਰਿਲੇਸ਼ਨ ਹੈ। ਡਾਇਗਰਾਮ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਕੋਈ ਸਿੰਬਲ ਹੁੰਦਾ, ਸਿੰਬਲ ਤੋਂ ਕੀ ਹੈ ਮਿਲ ਕੇ ਡਾਟਾ ਬਣਦਾ। ਡਾਟੇ ਨੂੰ ਜਦੋਂ ਆਪਾਂ ਪ੍ਰੋਸੈਸ ਕਰਦੇ ਨੇ ਇਨਫੋਰਮੇਸ਼ਨ ਬਣਦੀ ਹੈ। ਜਦੋਂ ਆਪਣੇ ਕੋਲ ਕਾਫੀ ਅਮਾਊਂਟ ਦੇ ਵਿੱਚ ਇਨਫੋਰਮੇਸ਼ਨ ਹੁੰਦੀ ਹੈ ਉਹ ਆਪਣੀ ਨੌਲੇਜ ਹੁੰਦੀ ਹੈ। ਨੌਲੇਜ ਦੇ ਬੇਸ 'ਤੇ ਹੀ ਆਪਣੀ ਇੰਟੈਲੀਜੈਂਸ ਚੈੱਕ ਹੁੰਦੀ ਹੈ। ਅਤੇ ਜੋ ਆਪਾਂ ਕਹਿ ਦਿੰਦੇ ਹਾਂ ਜੋ ਇਨਸਾਨ ਇੰਟੈਲੀਜੈਂਸ ਆ ਉਹ ਆਲਰੇਡੀ ਵਿਜ਼ਡਮ ਬੁੱਧੀਮਾਨ ਹੁੰਦਾ। ਤਾਂ ਨੌਲੇਜ ਇਜ਼ ਡਿਫਾਈਨਡ ਐਜ਼ ਦਾ ਪੀਸ ਆਫ ਇਨਫੋਰਮੇਸ਼ਨ ਦੈਟ ਹੈਲਪਸ ਇਨ ਡਿਸੀਜ਼ਨ ਮੇਕਿੰਗ। ਨੌਲੇਜ ਕੀ ਚੀਜ਼ ਹੈ? ਨੌਲੇਜ ਇਨਫੋਰਮੇਸ਼ਨ ਦਾ ਇੱਕ ਪੀਸ ਹੈ ਜਿਹੜਾ ਕਿ ਆਪਾਂ ਨੂੰ ਕੋਈ ਨਾ ਕੋਈ ਡਿਸੀਜ਼ਨ ਲੈਣ ਦੇ ਵਿੱਚ ਹੈਲਪ ਕਰਦਾ। ਇੰਟੈਲੀਜੈਂਸ ਕੈਨ ਬੀ ਡਿਫਾਈਨਡ ਐਜ਼ ਦਾ ਐਬਿਲਿਟੀ ਟੂ ਡਰੋ ਯੂਜ਼ਫੁਲ ਇੰਟਰਫੇਰੈਂਸ ਲੌਜੀਕਲ ਕਨਕਲੂਜ਼ਨ ਫਰੋਮ ਦਾ ਅਵੇਲੇਬਲ ਨੌਲੇਜ। ਇੰਟੈਲੀਜੈਂਸ ਕੀ ਹੈ ਕਿ ਜਿਹੜੀ ਆਪਣੇ ਕੋਲ ਨੌਲੇਜ ਹੈ, ਜਿਹੜੀ ਆਪਾਂ ਨੂੰ ਡਿਸੀਜ਼ਨ ਲੈਣ ਦੇ ਵਿੱਚ ਹੈਲਪ ਕਰੂ, ਜਿਹੜੀ ਨੌਲੇਜ ਹੈ ਉਸ ਨੌਲੇਜ ਨੂੰ ਯੂਜ਼ ਕਰਕੇ ਆਪਾਂ ਕੋਈ ਕਨਕਲੂਜ਼ਨ ਫਾਈਂਡ ਆਊਟ ਕਰੀਏ, ਇਹ ਆਪਣੀ ਕੀ ਹੈ? ਇੰਟੈਲੀਜੈਂਸ ਹੈ। ਵਿਜ਼ਡਮ ਇਜ਼ ਅ ਮੈਚਿਓਰਿਟੀ ਆਫ ਦਾ ਮਾਈਂਡ ਦੈਟ ਡਾਇਰੈਕਟ ਇਟਸ ਇੰਟੈਲੀਜੈਂਸ ਟੂ ਅਚੀਵ ਡਿਜ਼ਾਇਰਡ ਗੋਲ। ਵਿਜ਼ਡਮ ਕਹਿੰਦੇ ਆਪਣੇ ਦਿਮਾਗ ਦੀ ਜਿਹੜੀ ਮੈਚਿਓਰਿਟੀ ਹੈ ਜਿਹੜੀ ਕਿ ਆਪਣੀ ਇੰਟੈਲੀਜੈਂਸ ਨੂੰ ਯੂਜ਼ ਕਰਕੇ, ਕਿ ਜੇਕਰ ਆਪਾਂ ਇੰਟੈਲੀਜੈਂਟ ਹੈ ਤਾਂ ਆਪਾਂ ਉਸ ਚੀਜ਼ ਨੂੰ ਯੂਜ਼ ਕਰਕੇ ਆਪਣੇ ਜਿਹੜੇ ਗੋਲਸ ਹੈ ਉਹ ਅਚੀਵ ਕਰ ਸਕੀਏ, ਇਹਨੂੰ ਆਪਾਂ ਵਿਜ਼ਡਮ ਬੋਲਾਂਗੇ। ਨੈਕਸਟ ਆਪਣੀ ਆਉਂਦੀ ਹੈ ਪ੍ਰੋਪਰ ਡੈਫੀਨੇਸ਼ਨ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ। ਫਸਟ 2 ਲਾਈਨਸ ਇੰਪੋਰਟੈਂਟ ਨੇ, ਇਹ ਤੁਸੀਂ ਐਜ਼ ਇਟ ਐਜ਼ ਯਾਦ ਕਰ ਸਕਦੇ ਹੋ ਕਿਉਂਕਿ ਇਹ ਕੀ ਹੈ, ਇੱਕ ਰਾਈਟਰ ਨੇ ਇਹਦੀ ਡੈਫੀਨੇਸ਼ਨ ਦਿੱਤੀ ਹੋਈ ਹੈ। ਅਕੋਰਡਿੰਗ ਟੂ ਦਾ ਫਾਦਰ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ ਜੌਨ ਮੈਕਕੈਥਰੀ। ਸਭ ਤੋਂ ਪਹਿਲਾਂ ਤਾਂ ਜੇ ਪੁੱਛ ਲੈਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਫਾਦਰ ਕੌਣ ਨੇ? ਜੌਨ ਮੈਕਕੈਥਰੀ। ਜੌਨ ਮੈਕਕੈਥਰੀ ਨੇ ਡੈਫੀਨੇਸ਼ਨ ਦਿੱਤੀ ਹੈ, ਉਹਨਾਂ ਦੇ ਅਕੋਰਡਿੰਗ ਕੀ ਹੈ? ਆਰਟੀਫਿਸ਼ੀਅਲ ਇੰਟੈਲੀਜੈਂਸ ਇਜ਼ the science and engineering of making intelligence machine especially intelligent computer programs। artificial intelligence ਇਹਨਾਂ ਦੇ ਅਕੋਰਡਿੰਗ ਕੀ ਹੈ ਕਿ ਕੋਈ ਸਾਇੰਸ ਜਾਂ ਇੰਜੀਨੀਅਰਿੰਗ ਜਿਹੜੀ ਕਿ ਜਿਹੜੇ ਦੋਨੋਂ ਮਿਲ ਕੇ ਕੀ ਇੱਕ ਮਸ਼ੀਨ ਤਿਆਰ ਕਰਦੇ ਆ, ਸਪੈਸ਼ਲੀ ਇੰਟੈਲੀਜੈਂਟ ਕੰਪਿਊਟਰ ਪ੍ਰੋਗਰਾਮ, ਜਿਹਨੂੰ ਕਿ ਆਪਾਂ ਇੰਟੈਲੀਜੈਂਟ ਕੰਪਿਊਟਰ ਪ੍ਰੋਗਰਾਮ ਵੀ ਕਹਿੰਦੇ ਹਾਂ। ਇਹੋ ਜਿਹੀ ਮਸ਼ੀਨ, ਇਹੋ ਜਿਹਾ ਕੰਪਿਊਟਰ ਪ੍ਰੋਗਰਾਮ ਜਿਹੜਾ ਕਿ ਇੰਟੈਲੀਜੈਂਟ ਵੀ ਹੈ ਅਤੇ ਹਿਊਮਨ ਦੀ ਤਰ੍ਹਾਂ ਸੋਚਦਾ। Artificial intelligence is a program that acts like human, thinks like human, acts or thinks rationally। ਕਿ ਜਿਹੜਾ ਕਿ ਬਿਹੇਵ ਬਿਲਕੁਲ ਉਹਦਾ ਹਿਊਮਨ ਦੀ ਤਰ੍ਹਾਂ ਹੋਊਗਾ, ਜਿਸ ਤਰ੍ਹਾਂ ਹਿਊਮਨ ਆਪਣੀ ਪ੍ਰੋਬਲਮਸ ਨੂੰ ਸੋਲਵ ਕਰਦਾ, ਪਹਿਲਾਂ ਚੈੱਕ ਕਰਦਾ ਸੋਲਵ ਕੀ ਹੈ, ਫਿਰ ਉਹਦੇ ਪੂਰੇ ਐਸਪੈਕਟ ਚੈੱਕ ਕਰਦਾ ਕਿ ਕੀ ਸਲਿਊਸ਼ਨ ਹੋ ਸਕਦੇ ਆ, ਪ੍ਰੋਬਲਮ ਦਾ ਪੈਟਰਨ ਚੈੱਕ ਕਰਦਾ ਕਿ ਕਿਸ ਤਰ੍ਹਾਂ ਦੀ ਪ੍ਰੋਬਲਮ ਹੈ, ਅਤੇ ਫਿਰ ਲੌਜੀਕਲੀ ਅਤੇ ਕਰੈਕਟਲੀ ਕਿ ਸਾਰੇ ਲੌਜਿਕ ਤੋਂ ਸੋਚਦਾ ਅਤੇ ਕਰੈਕਟ ਡਿਸੀਜ਼ਨ ਜਿਹੜਾ ਲੈਂਦਾ। ਇਸ ਤਰ੍ਹਾਂ ਹੀ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਹੁੰਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਡੈਫੀਨੇਸ਼ਨ ਦੇ ਆਪਾਂ 2 ਆਈਡੀਆਜ਼ ਦੇ ਬੇਸ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਪਲੱਸ ਆਰਟੀਫਿਸ਼ੀਅਲ ਡਿਵਾਈਸ। ਪਹਿਲਾਂ ਦੇਖੋ ਇੰਟੈਲੀਜੈਂਸ ਕੀ ਹੈ। ਇੰਟੈਲੀਜੈਂਸ ਆਪਣੀ ਜਿਹੜੀ ਨੌਲੇਜ ਹੈ ਆਪਣੇ ਕੋਲ ਉਹਨੂੰ ਯੂਜ਼ ਕਰਕੇ ਕੋਈ ਲੌਜੀਕਲ ਕਨਕਲੂਜ਼ਨ ਕੱਢਣਾ, ਕੋਈ ਵਧੀਆ ਡਿਸੀਜ਼ਨ ਲੈਣਾ ਜਿਹੜਾ ਆਪਾਂ ਨੂੰ ਬੈਨੀਫੀਸ਼ੀਅਲ ਹੋਵੇ, ਉਹ ਅਬਿਲਿਟੀ ਨੂੰ ਇੰਟੈਲੀਜੈਂਸ ਕਿਹਾ ਜਾਂਦਾ। ਜਿਸ ਅਬਿਲਿਟੀ ਨਾਲ ਆਪਾਂ ਆਪਣੀ ਅਵੇਲੇਬਲ ਨੌਲੇਜ ਤੋਂ ਇੱਕ ਲੌਜੀਕਲ ਕਨਕਲੂਜ਼ਨ ਕੱਢਦੇ ਹਾਂ। ਦਾ ਅਬਿਲਿਟੀ ਟੂ ਰੀਜ਼ਨ ਫਾਈਂਡ ਆਊਟ ਕਰਨ ਦੀ ਅਬਿਲਿਟੀ ਟੂ ਅੰਡਰਸਟੈਂਡ ਸਮਝਣ ਦੀ ਜਿਹੜੀ ਆਪਣੀ ਯੋਗਤਾ ਹੈ, ਅਬਿਲਿਟੀ ਟੂ ਕ੍ਰੀਏਟ ਕਿ ਨਵੇਂ ਆਈਡੀਆਜ਼ ਕ੍ਰੀਏਟ ਕਰਨ ਦੀ ਯੋਗਤਾ, ਅਬਿਲਿਟੀ ਟੂ ਲਰਨ ਫਰੋਮ ਐਕਸਪੀਰੀਅੰਸ ਕਿ ਜਿਹੜੀਆਂ ਆਪਾਂ ਪਿੱਛੇ ਪ੍ਰੋਬਲਮਸ ਸੋਲਵ ਕੀਤੀਆਂ ਉਹਨਾਂ ਦੇ ਐਕਸਪੀਰੀਅੰਸ ਤੋਂ ਆਪਾਂ ਕੀ ਹੈ ਕੁਛ ਨਾ ਕੁਛ ਨਵਾਂ ਸਿੱਖਦੇ ਹਾਂ ਅਤੇ ਉਸ ਤੋਂ ਹੀ ਆਪਾਂ ਨਵੀਂ ਪ੍ਰੋਬਲਮ ਨੂੰ ਸੋਲਵ ਕਰਨ ਦਾ ਐਕਸਪੀਰੀਅੰਸ ਲੈਂਦੇ ਹਾਂ। ਦਾ ਅਬਿਲਿਟੀ ਟੂ ਪਲੈਨ ਐਂਡ ਐਗਜ਼ੀਕਿਊਟ ਕੰਪਲੈਕਸ ਟਾਸਕ ਕਿ ਯੋਗਤਾ ਹੋਣੀ ਚਾਹੀਦੀ ਹੈ ਮਸ਼ੀਨ ਦੇ ਵਿੱਚ ਕਿ ਜਿਹੜਾ ਕੰਪਲੈਕਸ ਟਾਸਕ ਹੈ ਉਹਦੇ ਲਈ ਉਹ ਪਲਾਨ ਕਰੇ ਕਿ ਕਿਸ ਤਰੀਕੇ ਇਸ ਟਾਸਕ ਨੂੰ ਪਰਫੋਰਮ ਕਰਨਾ, ਮੋਡੀਊਲ ਦੇ ਵਿੱਚ ਡਿਵਾਈਡ ਕਰਨਾ ਜਾਂ ਕਿਸ ਤਰ੍ਹਾਂ ਕਰਨਾ ਅਤੇ ਉਹਨੂੰ ਐਗਜ਼ੀਕਿਊਟ ਕਰੇ। ਇਜ਼ ਇਟ ਦੈਟ ਵਿਚ ਕਰੈਕਟਰਾਈਜ਼ਡ ਹਿਊਮਨ ਅਕੋਰਡਿੰਗਲੀ ਦੇਰ ਆਰ 2 ਪੋਸੀਬਲ। ਦੇਖੋ 2 ਪੋਸੀਬਿਲਿਟੀਜ਼ ਹੈ ਕਿ ਕੀ ਕਰੈਕਟਰਿਸਟਿਕਸ ਹਿਊਮਨ ਦੀਆਂ ਤਰ੍ਹਾਂ ਹੈਗੀਆਂ ਨੇ ਇਹਦੇ ਵਿੱਚ।
A system with intelligence is expected to behave as intelligently as human। ਕਿ ਇੱਕ ਤਾਂ ਸਿਸਟਮ ਤੋਂ ਆਪਾਂ ਇਹ ਐਕਸਪੈਕਟ ਕਰਦੇ ਹਾਂ ਕਿ ਜਿਸ ਤਰ੍ਹਾਂ ਹਿਊਮਨ ਇੰਟੈਲੀਜੈਂਟਲੀ ਬਿਹੇਵ ਕਰਦਾ, ਪ੍ਰੋਬਲਮ ਨੂੰ ਜਿਸ ਤਰ੍ਹਾਂ ਹਿਊਮਨ ਫੇਸ ਕਰਦਾ ਉਸੇ ਤਰ੍ਹਾਂ ਆਪਣੀ ਜਿਹੜੀ ਮਸ਼ੀਨ ਹੈ ਕਰੇ। ਅਤੇ ਫਿਰ ਕੀ ਹੈ, ਬੈਸਟ ਪੋਸੀਬਲ ਮੈਨਰ, ਜਿੰਨੇ ਉਹਦੇ ਕੋਲ ਆਸਪੈਕਟ ਹੈਗੇ ਆ ਉਹਦੇ ਵਿੱਚ ਸਭ ਤੋਂ ਬੈਸਟ ਤਰੀਕਾ ਜਿਹੜਾ ਹੈਗਾ ਉਸ ਦੇ ਅਕੋਰਡਿੰਗ ਹੀ ਹਿਊਮਨ ਹੈ ਜਿਹੜਾ ਬਿਹੇਵ ਕਰੇ। ਨੈਕਸਟ ਹੈ ਸੈਕੰਡਲੀ ਟਾਈਪ ਆਫ ਬਿਹੇਵੀਅਰ ਆਰ ਵੀ ਟੋਕਿੰਗ ਅਬਾਊਟ। ਸੈਕਿੰਡ ਟਾਈਪ ਕੀ ਹੈ, ਆਰ ਵੀ ਲੁਕਿੰਗ ਦਾ ਥੋਟ ਪ੍ਰੋਸੈਸ ਐਂਡ ਰੀਜ਼ਨਿੰਗ ਐਬਿਲਿਟੀ ਆਫ ਦਾ ਸਿਸਟਮ। ਕਿ ਆਪਾਂ ਸਿਸਟਮ ਦੀ ਐਬਿਲਿਟੀ ਚੈੱਕ ਕਰਾਂਗੇ ਕਿ ਉਹਦੀ ਪ੍ਰੋਬਲਮ ਨੂੰ ਸੋਲਵ ਕਰਨ ਦੀ ਕਿਵੇਂ ਉਹ ਰੀਜ਼ਨ ਫਾਈਂਡ ਆਊਟ ਕਰਦਾ, ਕਿਵੇਂ ਉਹਨੂੰ ਸੋਲਵ ਕਰਨ ਦੇ ਵਿੱਚ ਸਕਸੈਸਫੁਲ ਹੁੰਦਾ। ਨੈਕਸਟ ਇਹਨਾਂ ਨੇ ਦਿੱਤਾ ਆਪਾਂ ਨੂੰ ਡਿਫਰੈਂਟ ਇੰਟਰਪ੍ਰੀਟੇਸ਼ਨਸ। ਸਭ ਤੋਂ ਪਹਿਲਾਂ ਤਾਂ ਦੇਖੋ, ਵਨ ਵਿਊ ਇਜ਼ ਦੈਟ ਆਰਟੀਫਿਸ਼ੀਅਲ ਇੰਟੈਲੀਜੈਂਸ ਇਜ਼ ਅਬਾਊਟ ਡਿਜ਼ਾਈਨਿੰਗ ਸਿਸਟਮ ਦੈਟ ਆਰ ਇੰਟੈਲੀਜੈਂਟ ਐਜ਼ ਹਿਊਮਨ। ਸਭ ਤੋਂ ਪਹਿਲਾਂ ਕੀ ਆ, ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਆਪਾਂ ਇਹੋ ਜਿਹਾ ਸਿਸਟਮ ਡਿਜ਼ਾਈਨ ਕਰਨਾ ਜਿਹੜਾ ਕਿ ਹਿਊਮਨ ਦੀ ਤਰ੍ਹਾਂ ਹੀ ਇੰਟੈਲੀਜੈਂਟ ਹੋਊਗਾ। ਇਹਦੇ ਵਿੱਚ ਕੀ ਇਨਵੋਲਵ ਹੋਊ, ਦਾ ਵਿਊ ਇਨਵੋਲਵ ਟਰਾਈਂਗ ਟੂ ਅੰਡਰਸਟੈਂਡ ਹਿਊਮਨ ਥੋਟ ਐਂਡ ਐਫਰਟ ਟੂ ਬਿਲਡ ਮਸ਼ੀਨ। ਦੇਖੋ ਹਿਊਮਨ ਨੇ ਹੀ ਇਹ ਮਸ਼ੀਨ ਬਿਲਡ ਕੀਤੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਉਹਦੇ ਐਡ ਕੀਤੀ। ਹਿਊਮਨ ਹੀ ਇੱਕ ਮਸ਼ੀਨ ਨੂੰ ਤਿਆਰ ਕਰ ਰਿਹਾ ਅਤੇ ਉਹਦੇ ਵਿੱਚ ਕੀ ਹੈ, ਉਹ ਆਪਾਂ ਨੂੰ ਬੈਨੀਫਿਟ ਦੇ ਰਿਹਾ ਕਿ ਉਹ ਮਸ਼ੀਨ ਕੀ ਹੈ, ਇੱਕ ਹਿਊਮਨ ਦੀ ਤਰ੍ਹਾਂ ਹੀ ਬਿਹੇਵ ਕਰੂਗੀ, ਹਿਊਮਨ ਦੀ ਤਰ੍ਹਾਂ ਹੀ ਸੋਚੂਗੀ। ਸੈਕਿੰਡ ਅਪਰੋਚ ਹੈਗੀ ਹੈ, ਸੈਕਿੰਡ ਅਪਰੋਚ ਇਜ਼ ਬੈਸਟ ਇੰਬੋਇਡਡ ਬਾਏ ਦਾ ਕੰਸੈਪਟ ਆਫ ਅ ਟਰਨਿੰਗ ਮਸ਼ੀਨ। ਟਰਨਿੰਗ ਮਸ਼ੀਨ ਮਤਲਬ ਇਹਨਾਂ ਨੇ ਪਹਿਲਾਂ ਟੈਸਟ ਕੀਤਾ ਸੀ ਟਰਨਿੰਗ ਮਸ਼ੀਨ 'ਤੇ ਕਿ ਇੱਕ ਉਹਨਾਂ ਨੇ ਮਸ਼ੀਨ ਲਈ ਜਿਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਉਹਨਾਂ ਨੇ ਯੂਜ਼ ਕੀਤੀ। ਇੱਕ ਉਹਨਾਂ ਨੇ ਕੀ ਸੀਗਾ, ਇਨਸਾਨ ਲਿਆ, ਦੋ ਇਨਸਾਨ ਲਏ। ਇੱਕ ਇਨਸਾਨ ਕੀ ਕੁਐਸਚਨ ਪੁੱਟ ਕਰਦਾ ਸੀ, ਇੱਕ ਇਨਸਾਨ ਆਨਸਰ ਦਿੰਦਾ ਸੀ ਅਤੇ ਨਾਲ ਜਿਹੜੀ ਟਰਨਿੰਗ ਮਸ਼ੀਨ ਆ ਉਹ ਆਨਸਰ ਦਿੰਦੀ ਸੀ। ਤਾਂ ਟਰਨਿੰਗ ਮਸ਼ੀਨ ਅਤੇ ਉਹ ਇਨਸਾਨ ਦੇ ਆਨਸਰ ਨੂੰ ਆਪਸ ਵਿੱਚ ਕੰਪੀਟ ਕੀਤਾ ਗਿਆ ਕਿ ਇੱਕ ਤਾਂ ਦੇਖੋ ਟਾਈਮ ਚੈੱਕ ਕੀਤਾ ਗਿਆ ਕਿ ਮਸ਼ੀਨ ਕਿੰਨੇ ਟਾਈਮ 'ਚ ਆਨਸਰ ਦੇ ਰਹੀ ਹੈ, ਇਨਸਾਨ ਕਿੰਨੇ ਟਾਈਮ 'ਚ ਆਨਸਰ ਦੇ ਰਿਹਾ। ਸੈਕਿੰਡ ਕੀ ਹੈ ਕਿ ਉਹਨਾਂ ਦੀ ਥਿੰਕਿੰਗ ਕਿਵੇਂ ਹੈ, ਕੀ ਥਿੰਕਿੰਗ ਹਿਊਮਨ ਦੀ ਅਤੇ ਮਸ਼ੀਨ ਦੀ ਮੈਚ ਹੋ ਰਹੀ ਹੈ ਜਾਂ ਨਹੀਂ। ਫਿਰ ਕੀ ਸੀਗਾ, ਟਰਨਿੰਗ ਮਸ਼ੀਨ ਨੂੰ ਅਪਰੂਵ ਕੀਤਾ ਗਿਆ ਸੀਗਾ। ਇਹ ਤਾਂ ਹੋ ਗਿਆ ਇੰਟੈਲੀਜੈਂਸ ਦੀ ਗੱਲ। ਫਿਰ ਆਪਾਂ ਕਿਹਾ ਸੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੋ ਦਾ ਕੰਬੀਨੇਸ਼ਨ ਹੈ, ਇੰਟੈਲੀਜੈਂਸ ਪਲੱਸ ਆਰਟੀਫਿਸ਼ੀਅਲ ਡਿਵਾਈਸ। ਦੇਖੋ ਹੁਣ ਇੰਟੈਲੀਜੈਂਸ ਤਾਂ ਹੈ ਮਸ਼ੀਨ ਦੇ ਵਿੱਚ, ਬਟ ਕੀ ਹੈ, ਇੰਟੈਲੀਜੈਂਸ ਆਰਟੀਫਿਸ਼ੀਅਲ ਹੈ, ਨੈਚੁਰਲ ਨਹੀਂ ਹੈਗੀ ਹਿਊਮਨ ਦੀ ਤਰ੍ਹਾਂ। ਆਰਟੀਫਿਸ਼ੀਅਲ ਇੱਕ ਇਨਸਾਨ ਦੁਆਰਾ ਬਣਾਈ ਗਈ ਹੈ। ਆਰਟੀਫਿਸ਼ੀਅਲ ਡਿਵਾਈਸ ਹੈਵਿੰਗ ਦਾ ਐਬਿਲਿਟੀ ਟੂ ਪਰਫੋਰਮ ਦੋਜ਼ ਐਕਟੀਵਿਟੀਜ਼ ਦੈਟ ਰਿਕੁਆਇਰ ਇੰਟੈਲੀਜੈਂਸ। ਆਰਟੀਫਿਸ਼ੀਅਲ ਡਿਵਾਈਸ ਕਹਿੰਦੇ ਉਹ ਡਿਵਾਈਸ ਹੈ ਜਿਹਦੇ ਵਿੱਚ ਇੰਨੀ ਕੁ ਯੋਗਤਾ ਹੋਵੇ ਕਿ ਉਹ ਵਾਲੀਆਂ ਐਕਟੀਵਿਟੀਜ਼ ਉਹ ਕੰਮ ਇਹ ਕਰ ਸਕਦਾ ਜਿਹਦੇ ਲਈ ਆਪਾਂ ਨੂੰ ਕੀ ਹੈ, ਇੰਟੈਲੀਜੈਂਸ ਦੀ ਲੋੜ ਪੈਂਦੀ ਹੈ। ਨੈਕਸਟ ਇਹਨਾਂ ਨੇ ਕੁਛ ਕੁ ਟਾਸਕ ਦਿੱਤੇ ਆ ਜਿਹਨਾਂ ਦੇ ਵਿੱਚ ਆਪਾਂ ਨੂੰ ਇੰਟੈਲੀਜੈਂਸ ਦੀ ਲੋੜ ਪੈਂਦੀ ਹੈ। ਸਪੀਚ ਜਨਰੇਸ਼ਨ ਐਂਡ ਅੰਡਰਸਟੈਂਡਿੰਗ, ਕਿ ਜਦੋਂ ਆਪਾਂ ਬੋਲਦੇ ਹਾਂ ਉਹਨੂੰ ਇੱਕ ਤਾਂ ਬੋਲਣਾ, ਸਪੀਚ ਜਨਰੇਟ ਕਰਨਾ, ਬੋਲਣਾ ਮਸ਼ੀਨਸ ਬੋਲਦੀਆਂ ਅਤੇ ਉਹਨੂੰ ਅੰਡਰਸਟੈਂਡ ਕਰਨਾ, ਜੇਕਰ ਆਪਾਂ ਬੋਲ ਰਹੇ ਹਾਂ ਤਾਂ ਉਹਨੂੰ ਅੰਡਰਸਟੈਂਡ ਵੀ ਕਰਦੀਆਂ। ਪੈਟਰਨ ਰਿਕੋਗਨਾਈਜੇਸ਼ਨ, ਦੇਖੋ ਆਪਾਂ ਪੈਟਰਨ ਵਗੈਰਾ ਡਰੋ ਕਰਦੇ ਹਾਂ ਤਾਂ ਉਹਨੂੰ ਵੀ ਰਿਕੋਗਨਾਈਜ਼ ਕਰਦੇ ਆ। ਮੈਥਮੈਟੀਕਲ ਥਿਊਰਮਸ ਨੂੰ ਸੋਲਵ ਕਰਦੇ ਆ। ਰੀਜ਼ਨਿੰਗ, ਕਿਸੇ ਪ੍ਰੋਬਲਮ ਦਾ ਰੀਜ਼ਨ ਕੀ ਹੈ, ਕੀ ਕਾਰਨ, ਉਹ ਫਾਈਂਡ ਆਊਟ ਕਰਦੇ ਆ। ਤਾਂ ਹਰ ਇੱਕ ਜਿਹੜਾ ਕੰਮ ਹੈ ਇਨਸਾਨ ਦੀ ਤਰ੍ਹਾਂ ਕੀਤਾ ਜਾਂਦਾ। ਹੁਣ ਡਿਫਰੈਂਸ ਦਿੱਤਾ ਇਹਨਾਂ ਨੇ ਇੰਟੈਲੀਜੈਂਸ ਐਂਡ ਆਰਟੀਫਿਸ਼ੀਅਲ ਇੰਟੈਲੀਜੈਂਸ। ਇੰਟੈਲੀਜੈਂਸ ਹੁੰਦੀ ਹੈ ਨੈਚੁਰਲ, ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਕਿ ਇੱਕ ਪ੍ਰੋਗਰਾਮ ਹੀ ਹੈ ਜਿਹੜਾ ਹਿਊਮਨ ਦੁਆਰਾ ਤਿਆਰ ਕੀਤਾ ਗਿਆ। ਇੰਟੈਲੀਜੈਂਸ ਹੈ ਨੋ ਵਨ ਇਜ਼ ਐਕਸਪਰਟ, ਵੀ ਕੈਨ ਆਲਵੇਜ਼ ਗੈਟ ਬੈਟਰ ਸੋਲਿਊਸ਼ਨ ਫਰੋਮ ਵਨ ਅਨਦਰ ਹਿਊਮਨ। ਇੰਟੈਲੀਜੈਂਸ ਦੇ ਵਿੱਚ ਕੀ ਹੈ ਕਿ ਕੋਈ ਵੀ ਐਕਸਪਰਟ ਨਹੀਂ ਹੁੰਦਾ, ਆਪਾਂ ਕੀ ਹੈ ਹਮੇਸ਼ਾ ਟਰਾਈ ਕਰਦੇ ਹਾਂ ਕਿ ਦੂਸਰੇ ਤੋਂ ਵਧੀਆ ਆਪਾਂ ਸੋਲਿਊਸ਼ਨ ਫਾਈਂਡ ਆਊਟ ਕਰੀਏ ਜਾਂ ਆਪਣੇ ਪਹਿਲਾਂ ਵਾਲੇ ਸੋਲਿਊਸ਼ਨ ਤੋਂ ਵਧੀਆ ਸੋਲਿਊਸ਼ਨ ਫਾਈਂਡ ਆਊਟ ਕਰੀਏ। ਐਕਸਪਰਟ ਸਿਸਟਮਸ ਆਰ ਮੇਡ ਵਿਚ ਹੈਵ ਦਾ ਕੈਪੈਸਿਟੀ ਆਫ ਮੈਨੀ ਇੰਡੀਵਿਜੂਅਲ ਪਰਸਨਲ ਐਕਸਪੀਰੀਅੰਸ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਕੀ ਹੈ ਕਿ ਕਾਫੀ ਸਾਰੇ ਐਕਸਪੀਰੀਅੰਸ ਜਿਹੜੇ ਪਰਸਨ ਹੁੰਦੇ ਹੈ ਉਹਨਾਂ ਦੇ ਆਈਡੀਆਜ਼ 'ਤੇ ਬੇਸਡ ਇੱਕ ਸਿਸਟਮ ਹੁੰਦਾ ਜਿਹੜਾ ਕਿ ਪ੍ਰੋਪਰਲੀ ਐਕਸਪਰਟ ਹੁੰਦਾ। ਇੰਟੈਲੀਜੈਂਟ ਇਟ ਇਨਕਰੀਜ਼ ਵਿਦ ਐਕਸਪੀਰੀਅੰਸ ਐਂਡ ਆਲਸੋ ਵਿਦ ਹੈਰੀਡੇਟਰੀ, ਕਿ ਜਿਵੇਂ ਜਿਵੇਂ ਇੰਟੈਲੀਜੈਂਸ ਦੇ ਵਿੱਚ ਆਪਾਂ ਐਕਸਪੀਰੀਅੰਸ ਕਰਦੇ ਹਾਂ, ਆਪਾਂ ਨੂੰ ਜਿਵੇਂ ਜਿਵੇਂ ਤਜਰਬਾ ਹੁੰਦਾ ਆਪਣੀ ਇੰਟੈਲੀਜੈਂਸ ਜਿਹੜੀ ਇੰਪਰੂਵ ਹੁੰਦੀ ਜਾਂਦੀ ਹੈ। ਬਟ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਕੋਈ ਐਕਸਪੀਰੀਅੰਸ ਨਹੀਂ ਹੁੰਦਾ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕੀ ਹੈ ਉਹ ਕਦੇ ਵੀ ਵੱਧਦੀ ਨਹੀਂ ਹੈਗੀ, ਬਟ ਇਹ ਕੀ ਹੈ ਸਿੱਖਦਾ,
ਆਪਣੇ ਜਿਹੜਾ ਐਕਸਪੀਰੀਅੰਸ ਆ ਉਹ ਤੋਂ ਸਿੱਖਦਾ ਰਹਿੰਦਾ, ਹੈਰੀਡੇਟਰੀ ਨਹੀਂ ਹੁੰਦਾ, ਹੈਰੀਡੇਟਰੀ ਨਹੀਂ ਕਹਿ ਸਕਦੇ ਆਪਾਂ ਨੂੰ। ਇੰਟੈਲੀਜੈਂਸ ਇਟ ਇਨਕਰੀਜ਼ ਬਾਏ ਸੁਪਰਵਾਈਜ਼ਡ ਐਂਡ ਅਨਸੁਪਰਵਾਈਜ਼ਡ ਟੀਚਿੰਗ। ਇੰਟੈਲੀਜੈਂਸ ਕੀ ਹੈ, ਸੁਪਰਵਾਈਜ਼ਡ ਅਤੇ ਅਨਸੁਪਰਵਾਈਜ਼ਡ ਟੀਚਿੰਗ ਦੇ ਅਕੋਰਡਿੰਗ ਇਨਕਰੀਜ਼ ਹੁੰਦਾ ਰਹਿੰਦਾ। ਵੀ ਕੈਨ ਇਨਕਰੀਜ਼ AI ਕੈਪੇਬਿਲਿਟੀ ਬਾਏ ਅਦਰ ਮੀਨ ਅਪਾਰਟ ਫਰੋਮ, ਅਤੇ AI ਦੀ ਕੈਪੇਬਿਲਿਟੀ ਵੀ ਆਪਾਂ ਇੰਪਰੂਵ ਕਰ ਸਕਦੇ ਹਾਂ, ਬਟ ਇਹ ਕੀ ਹੈ, AI ਦੀ ਕੈਪੇਬਿਲਿਟੀ ਆਪਾਂ ਨੂੰ ਇੰਪਰੂਵ ਕਰਨੀ ਪਊ, ਬਟ ਇੰਟੈਲੀਜੈਂਸ ਦੇ ਵਿੱਚ ਕੀ ਹੈ, ਨੈਚੁਰਲੀ ਇੰਪਰੂਵ ਹੁੰਦੀ ਹੈ। ਨੈਕਸਟ ਇਹਨਾਂ ਨੇ ਹੋਰ ਡੈਫੀਨੇਸ਼ਨਸ ਦਿੱਤੀਆਂ ਨੇ AI ਦੀਆਂ। AI ਇਜ਼ ਦਾ ਕਲੈਕਸ਼ਨ ਆਫ ਹਾਰਡ ਪ੍ਰੋਬਲਮ ਵਿਚ ਕੈਨ ਬੀ ਸੋਲਵਡ ਬਾਈ ਹਿਊਮਨ ਐਂਡ ਅਦਰ ਲਿਵਿੰਗ ਥਿੰਗਸ। AI ਕਹਿੰਦੇ ਇੱਕ ਜਿਹੜੀਆਂ ਮੁਸ਼ਕਿਲ ਪ੍ਰੋਬਲਮਸ ਹੁੰਦੀਆਂ ਉਹਨਾਂ ਦੀ ਕਲੈਕਸ਼ਨ ਆਪਾਂ ਕਹਿ ਸਕਦੇ ਹਾਂ, ਜਿਹੜੀਆਂ ਕਿ ਸੋਲਵ ਹਿਊਮਨ ਦੁਆਰਾ ਕੀਤੀਆਂ ਜਾਂਦੀਆਂ। AI ਇਜ਼ ਦਾ ਸਟੱਡੀ ਆਫ ਮੋਡਲਿੰਗ ਆਫ ਹਿਊਮਨ ਮੈਂਟਲ ਫੰਕਸ਼ਨ ਬਾਏ ਕੰਪਿਊਟਰ ਪ੍ਰੋਗਰਾਮ। AI ਕੀ ਇੱਕ ਇਹੋ ਜਿਹੀ ਸਟੱਡੀ ਹੈ, ਇਹੋ ਜਿਹਾ ਮੈਥਡ ਹੈਗਾ ਜਿਹੜਾ ਕਿ ਹਿਊਮਨ ਦੀ ਮੈਂਟਲ ਐਬਿਲਿਟੀ ਨੂੰ ਕੈਲਕੂਲੇਟ ਕਰਦਾ। AI ਇਜ਼ ਦਾ ਬ੍ਰਾਂਚ ਆਫ ਇੰਜੀਨੀਅਰਿੰਗ ਦੈਟ ਸਟੱਡੀਜ਼ ਕੰਪੈਟੇਬਲ ਪ੍ਰੋਸੈਸ ਐਂਡ ਸਟਰਕਚਰ। AI ਇੱਕ ਇੰਜੀਨੀਅਰਿੰਗ ਦੀ ਬ੍ਰਾਂਚ ਹੈ ਜਿਹੜੀ ਕਿ ਕੰਪੈਟੇਬਲ, ਕਿ ਜਿਹੜੀ ਯੋਗ ਉੱਥੇ ਪ੍ਰੋਸੈਸਿੰਗ ਹੋਣੀ ਚਾਹੀਦੀ ਹੈ, ਉਹ ਵਾਲੀ ਪ੍ਰੋਸੈਸਿੰਗ ਨੂੰ ਕਰਦਾ। ਨੈਕਸਟ ਹਿਸਟਰੀ ਆਫ AI ਵੈਸੇ ਆਪਣੇ ਸਿਲੇਬਸ ਦੇ ਵਿੱਚ ਹੈ ਨਹੀਂ, ਬਟ ਇੱਕ ਵਾਰ ਮੈਂ ਕਹਿੰਦੀ ਹਾਂ ਤੁਸੀਂ ਰੀਡ ਕਰ ਲਿਓ, ਇਹਦੇ ਵਿੱਚ ਸਮਝਣ ਵਾਲਾ ਕੁਛ ਨਹੀਂ, ਜਸਟ ਰੀਡ ਕਰਨ ਵਾਲਾ। ਸਿਰਫ ਆਪਾਂ ਨੂੰ ਡੇਟਸ ਦਿੱਤੀਆਂ ਕਿ 1928 ਦੇ ਵਿੱਚ ਇਸ ਇਨਸਾਨ ਨੇ ਇਹ ਥਿਊਰਮ ਕੱਢੀ, ਫਿਰ 1943 ਦੇ ਵਿੱਚ ਅੱਗੇ ਆਇਆ, ਫਿਰ ਇਸ ਤਰ੍ਹਾਂ ਅੱਗੇ ਅੱਗੇ ਕਰਦੇ ਕਰਦੇ ਕਾਫੀ ਸਾਰੇ। ਤੁਸੀਂ ਬਸ ਸਟਾਰਟਿੰਗ ਅਤੇ ਇਹਦੀ ਬਸ ਜਿਹੜੀ ਹੈਗੀ ਹੈ 2000 ਅਤੇ 2002 ਵਾਲੀ ਇਹ ਵੇਖ ਲਿਓ। ਨੈਕਸਟ ਆ ਬ੍ਰਾਂਚਸ ਆਫ AI, ਕਿ AI ਦੇ ਕੀ ਕੀ ਪਾਰਟ ਹੈ, ਕੀ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਮਿਲ ਕੇ ਇੱਕ AI ਤਿਆਰ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਹੈ ਸਰਚ। ਆਲ ਪ੍ਰੋਗਰਾਮ ਐਗਜ਼ਾਮਾਈਨ ਲਾਰਜ ਨੰਬਰ ਆਫ ਸਰਚ ਪੋਸੀਬਿਲਿਟੀਜ਼, ਕਿ ਹਰ ਇੱਕ ਇਹਦੇ ਵਿੱਚ ਕੀ ਆ, AI ਦੇ ਵਿੱਚ ਮੰਨ ਲਓ ਇੱਕ ਪ੍ਰੋਬਲਮ ਹੈ ਤਾਂ ਉਹਦੀ ਹਰ ਇੱਕ ਪੋਸੀਬਲ ਸਲਿਊਸ਼ਨਸ ਨੂੰ ਆਪਾਂ ਇੱਕ ਵਾਰ ਜਿਹੜੀ ਮਸ਼ੀਨ ਉਹ ਚੈੱਕ ਕਰੂਗੀ, ਹਰ ਪੋਸੀਬਲ ਸਲਿਊਸ਼ਨ ਦੇ ਬਾਰੇ ਸੋਚੂਗੀ, ਜਿਹੜਾ ਸਲਿਊਸ਼ਨ ਫਿਰ ਉਹਨੂੰ ਸਹੀ ਲੱਗੂਗਾ, ਜਿਹੜਾ ਆਸਪੈਕਟ ਉਹਨੂੰ ਅੱਛਾ ਲੱਗੂਗਾ, ਉਹਨੂੰ ਕੀ ਐਜ਼ ਅ ਡਿਸੀਜ਼ਨ ਲਊਗੀ। ਇਹਦੇ ਵਿੱਚ ਐਗਜ਼ਾਮਪਲ ਇਹਨਾਂ ਨੇ ਦਿੱਤੀ ਹੈ ਚੈੱਸ ਗੇਮ ਦੀ, ਕਿ ਜਦੋਂ ਆਪਾਂ ਚੈੱਸ ਜਿਹੜੀ ਕੰਪਿਊਟਰ ਨਾਲ ਆਪਾਂ ਪਲੇ ਕਰਦੇ ਹਾਂ, ਚੈੱਸ ਲਾ ਲਓ, ਲੂਡੋ ਲਾ ਲਓ, ਤਾਂ ਉਹਦੇ ਵਿੱਚ ਕੀ ਹੈ, ਜਦੋਂ ਆਪਾਂ ਕੋਈ ਆਪਦੀ ਟਰਨ ਚੱਲਦੇ ਹਾਂ ਤਾਂ ਉਧਰੋਂ ਕੰਪਿਊਟਰ ਵੱਲੋਂ ਚੱਲਣ ਤੋਂ ਪਹਿਲਾਂ ਉਹਦੇ ਜਿੰਨੇ ਵੀ ਪੋਸੀਬਲ ਵੇ ਹੈਗੇ ਆ ਸਾਰਿਆਂ ਬਾਰੇ ਸੋਚਿਆ ਜਾਂਦਾ ਕਿ ਕਿਸ ਆਪਾਂ ਹੈ ਨਾ, ਕਿਸ ਤਰ੍ਹਾਂ ਆਪਾਂ ਅੱਗੇ ਆਪਣੀ ਨੈਕਸਟ ਮੂਵ ਚੱਲਣਾ, ਕਿਸ ਤਰ੍ਹਾਂ ਆਪਾਂ ਚੈੱਸ ਦੇ ਵਿੱਚ ਅੱਗੇ ਵਧਣਾ, ਸਾਰੇ ਆਸਪੈਕਟ ਨੂੰ ਚੈੱਕ ਕਰਕੇ ਜਿਹੜਾ ਉਹਨਾਂ ਨੂੰ ਬੈਸਟ ਆਸਪੈਕਟ ਲੱਗਦਾ ਕੰਪਿਊਟਰ ਵੱਲੋਂ ਉਹੀ ਮੂਵ ਹੈ ਜਿਹੜਾ ਚੱਲਿਆ ਜਾਂਦਾ। ਫੈਕਟ ਰੀਪ੍ਰਜੈਂਟੇਸ਼ਨ, ਰਿਐਲਿਟੀਜ਼ ਅਬਾਊਟ ਦਾ ਵਰਡ ਹੈਵ ਟੂ ਰੀਪ੍ਰਜੈਂਟ ਇਨ ਸਮ ਵੇ, ਕਿ ਜਿਹੜੀ ਰਿਐਲਿਟੀ ਹੈਗੀ ਹੈ ਨੇਚਰ ਦੀ ਉਹਨੂੰ ਕਹਿੰਦੇ ਰੀਪ੍ਰਜੈਂਟ ਕੀਤਾ ਜਾਂਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਪੈਟਰਨ ਰਿਕੋਗਨਾਈਜੇਸ਼ਨ ਉਹੀ ਹੈ ਕਿ ਜਿਸ ਤਰ੍ਹਾਂ ਦਾ ਪੈਟਰਨ, ਜਿਵੇਂ ਆਪਾਂ ਇਨਸਾਨ ਹੈ, ਜਿਵੇਂ ਆਪਣਾ ਹੁੰਦਾ ਡਰਾਇੰਗ 'ਤੇ ਆਪਣੇ ਕਈ ਵਾਰ ਹੁੰਦਾ ਨਾ ਡੋਟਸ ਲੱਗੇ ਹੁੰਦੇ ਆ, ਤਾਂ ਆਪਾਂ ਡੋਟਸ ਨੂੰ ਮੈਚ ਕਰਕੇ ਇੱਕ ਪੈਟਰਨ ਰਿਕੋਗਨਾਈਜ਼ ਕਰਨਾ, ਪੈਟਰਨ ਕ੍ਰੀਏਟ ਕਰਨਾ। ਉਸੇ ਤਰ੍ਹਾਂ ਹੀ ਆਪਣਾ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਉਹ ਮਸ਼ੀਨ ਆਪਣੀ ਹੈ ਜਿਹਦੇ ਵਿੱਚ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰ ਰਹੇ ਹਾਂ, ਉਹ ਮਸ਼ੀਨ ਵੀ ਕੀ ਹੈ ਪੈਟਰਨ ਰਿਕੋਗਨਾਈਜ਼ ਕਰੂਗੀ। ਜਿਸ ਤਰ੍ਹਾਂ ਆਪਾਂ ਹਿਊਮਨ ਡੋਟਸ ਨੂੰ ਮੈਚ ਕਰਕੇ ਇੱਕ ਫੇਸ ਫਾਈਂਡ ਆਊਟ ਕਰਦੇ, ਕਿ ਪਿਕਚਰ ਫਾਈਂਡ ਆਊਟ ਕਰਦਾ, ਉਸੇ ਤਰ੍ਹਾਂ ਆਪਣੀ ਮਸ਼ੀਨ ਕਰੂਗੀ। ਇਨਫਰੈਂਸ ਇਜ਼ ਦਾ ਐਕਟ ਆਫ ਪ੍ਰੋਸੈਸਿੰਗ ਆਫ ਡਰਾਈਵਿੰਗ ਅ ਲੋਜੀਕਲ ਕੰਸੀਕਿਊਸ਼ਨ ਕੰਕਲੂਜਨ ਫਰੋਮ ਅ ਪ੍ਰੀਮਾਈਸਿਸ। ਇਨਫਰੈਂਸਿਸ ਕੀ ਹੁੰਦਾ ਕਿ ਆਪਾਂ ਕੋਈ ਲੋਜੀਕਲ ਸਲਿਊਸ਼ਨ ਫਾਈਂਡ ਆਊਟ ਕਰਨਾ ਜਿਹੜੇ ਵਿੱਚ ਕੁਛ ਕੁ ਰੂਲਸ ਐਂਡ ਰੈਗੂਲੇਸ਼ਨਸ ਦੇ ਬੇਸ 'ਤੇ, ਤਾਂ ਉਸੇ ਤਰ੍ਹਾਂ ਆਪਣੀ ਮਸ਼ੀਨ ਕਰੂਗੀ। ਹਿਊਮਨ ਇਨਫਰੈਂਸ, ਹਾਊ ਹਿਊਮਨ ਡਰੋ ਕਨਕਲੂਜਨ ਇਜ਼ ਟਰਡੀਸ਼ਨਲੀ ਸਟੱਡੀਡ ਵਿਦਇਨ ਦਾ ਫੀਲਡ ਆਫ ਸਾਈਕੋਲੋਜੀ, ਕਿ ਹਿਊਮਨ ਜਿਸ ਤਰ੍ਹਾਂ ਡਰੋ ਕਰਦਾ ਕਨਕਲੂਜਨ, ਕਿਸ ਤਰ੍ਹਾਂ ਇੱਕ ਨਤੀਜੇ 'ਤੇ ਪਹੁੰਚਦਾ, ਉਸੇ ਤਰ੍ਹਾਂ ਆਪਣਾ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਮਸ਼ੀਨਸ ਜਿਹੜੀਆਂ ਨਤੀਜੇ 'ਤੇ ਪਹੁੰਚਣਗੀਆਂ। ਕਾਮਨ ਸੈਂਸ ਨੌਲੇਜ ਐਂਡ ਰੀਜ਼ਨਿੰਗ, ਕਾਮਨ ਸੈਂਸ ਨੌਲੇਜ ਐਂਡ ਰੀਜ਼ਨਿੰਗ ਇਜ਼ ਦਾ ਬ੍ਰਾਂਚ ਆਫ AI ਕੰਸਰਨਡ ਵਿਦ ਰੈਪਲੀਕੇਟ ਹਿਊਮਨ ਥਿੰਕਿੰਗ। ਇਹ ਵੀ ਇੱਕ ਬ੍ਰਾਂਚ ਹੈ AI ਦੀ। ਇਹਦੇ ਵਿੱਚ ਕੀ ਹੈ,
कि ਹਿਊਮਨ ਦੀ ਥਿੰਕਿੰਗ ਹੈ ਜਿਹੜੀ ਉਹ ਬਿਲਕੁਲ ਮਤਲਬ ਰਿਪੀਟ ਕੀਤੀ ਜਾਂਦੀ ਹੈ, ਜਿਵੇਂ ਹਿਊਮਨ ਸੋਚਦਾ ਉਸੇ ਤਰ੍ਹਾਂ ਹੀ ਰਿਪੀਟ ਕੀਤੀ ਜਾਂਦੀ ਹੈ। ਰੀਜ਼ਨ ਵਿਦ ਨੌਲੇਜ ਦੈਟ ਇਜ਼ ਟਰੂ ਬਾਈ ਡਿਫੋਲਟ, ਰੀਜ਼ਨ ਰੈਪਿਡਲੀ ਅਕਰੋਸ ਅ ਬਰੋਡ ਰੇਂਜ ਆਫ ਡੋਮੇਨ, ਟੋਲਰੇਟ ਅਨਸਰਟੇਨਟੀ ਇਨ ਯੂਰ ਨੌਲੇਜ। ਕੀ ਹੈ ਕਿ ਆਪਣੀ ਜਿਹੜੀ ਟਰੂ ਨੌਲੇਜ ਹੈ, ਮਤਲਬ ਬਾਈ ਡਿਫੋਲਟ ਕੀ ਆਪਾਂ ਆਪਦੀ ਨੌਲੇਜ ਨੂੰ ਟਰੂ ਮੰਨਦੇ, ਜੋ ਕੁਛ ਆਪਾਂ ਨੂੰ ਪਤਾ ਬਾਏ ਡਿਫੋਲਟ ਆਪਾਂ ਉਹਨੂੰ ਟਰੂ ਹੀ ਮੰਨ ਕੇ ਚੱਲਦੇ ਹਾਂ। ਉਸੇ ਤਰ੍ਹਾਂ ਆਪਣੀ ਮਸ਼ੀਨਸ ਹੈ ਜਿਹੜੀਆਂ ਬਾਏ ਡਿਫੋਲਟ ਉਹਨਾਂ ਦੀ ਨੌਲੇਜ ਹਮੇਸ਼ਾ ਟਰੂ ਹੀ ਹੋਊਗੀ। ਲਰਨਿੰਗ ਫਰੋਮ ਐਕਸਪੀਰੀਅੰਸ, ਕਿ ਜਿਸ ਤਰ੍ਹਾਂ ਹਿਊਮਨ ਹੈ ਜਿਵੇਂ ਜਿਵੇਂ ਉਹਨੂੰ ਐਕਸਪੀਰੀਅੰਸ ਹੁੰਦਾ, ਪਹਿਲਾਂ ਦੇਖੋ ਆਪਾਂ ਸਟੂਡੈਂਟ ਲਾਈਫ ਦੇ ਵਿੱਚ ਜਿਵੇਂ ਜਿਵੇਂ ਆਪਾਂ ਅਗਲੀ ਕਲਾਸ ਦੇ ਵਿੱਚ ਆਉਂਦੇ ਹਾਂ ਤਾਂ ਆਪਾਂ ਪਿਛਲੀਆਂ ਕਲਾਸਿਸ ਤੋਂ ਕੀ ਐਕਸਪੀਰੀਅੰਸ ਗੇਨ ਕਰਦੇ ਹਾਂ ਕਿ ਹਾਂ ਇਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਹੈ ਨਾ, ਕਿਸੇ ਵੀ ਸਬਜੈਕਟ ਦਾ ਲਗਾ ਲਓ ਆਪਾਂ ਐਕਸਪੀਰੀਅੰਸ ਗੇਨ ਕਰਦੇ ਹਾਂ। ਅੱਗੇ ਜਦੋਂ ਆਪਾਂ ਆਪਣੀ ਜੋਬ ਦੀ ਲਾਈਨ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਵੀ ਆਪਾਂ ਐਕਸਪੀਰੀਅੰਸ ਗੇਨ ਕਰਦੇ ਹਾਂ। ਉਸੇ ਤਰ੍ਹਾਂ ਮਸ਼ੀਨਸ ਕੀ ਹੈ ਕਿ ਆਪਣੇ ਐਕਸਪੀਰੀਅੰਸ ਤੋਂ ਸਿੱਖਦੀਆਂ, ਜਿਸ ਤਰ੍ਹਾਂ ਉਹਨਾਂ ਨੇ ਮੰਨ ਲਓ ਇੱਕ ਟਾਸਕ ਪਰਫੋਰਮ ਕੀਤਾ ਮਸ਼ੀਨ ਨੇ, ਤਾਂ ਨੈਕਸਟ ਟਾਸਕ ਵੇਲੇ ਕੀ ਉਹ ਪਿਛਲੇ ਟਾਸਕ ਤੋਂ ਜੋ ਉਹਨੇ ਕੁਛ ਕੁ ਨਿਆ ਸਿੱਖਿਆ ਹੋਊਗਾ ਆਈਡੀਆ, ਉਹ ਵਾਲਾ ਕੀ ਹੈ ਯੂਜ਼ ਕਰਨਗੇ। ਪਲੈਨਿੰਗ, ਪ੍ਰੋਬਲਮ ਨੂੰ ਕੀ ਹੈ ਸਲਿਊਸ਼ਨ ਹੈ ਜਾਂ ਕੋਈ ਕਨਕਲੂਜ਼ਨ ਫਾਈਂਡ ਆਊਟ ਕਰਨ ਲਈ ਪੂਰੀ ਪ੍ਰੋਪਰ ਪਲੈਨਿੰਗ ਹੈ। ਜਿਸ ਤਰ੍ਹਾਂ ਆਪਾਂ ਰੀਅਲ ਵਰਲਡ ਦੇ ਵਿੱਚ ਪਲੈਨਿੰਗ ਕਰਦੇ ਹਾਂ ਉਸੇ ਤਰ੍ਹਾਂ ਇੱਥੇ ਪਲੈਨਿੰਗ ਕੀਤੀ ਜਾਊਗੀ। ਐਪਿਸਟੇਮੋਲੋਜੀ, ਐਪਿਸਟੇਮੋਲੋਜੀ ਕੀ ਹੈ ਕਹਿੰਦੇ ਫਿਲੋਸਫੀ ਦੀ ਜਿਹੜੀ ਸਟੱਡੀ ਆ ਉਹਦਾ ਇੱਕ ਬ੍ਰਾਂਚ ਹੈਗੀ ਹੈ। ਫਿਲੋਸਫੀ ਦੀ ਬ੍ਰਾਂਚ ਹੈ ਇਹ, ਜਿਹਦੇ ਵਿੱਚ ਕੀ ਆਪਾਂ ਨੌਲੇਜ ਬਾਰੇ ਸਟੱਡੀ ਕਰਦੇ ਹਾਂ। ਇਟ ਅਟੈਂਪਟਸ ਟੂ ਆਨਸਰ ਦਾ ਬੇਸਿਕ ਕੁਸ਼ਚਨਸ, ਇਹਦੇ ਵਿੱਚ ਆਪਾਂ ਬੇਸਿਕ ਕੁਸ਼ਚਨਸ ਦੇ ਆਨਸਰ ਲੈਣੇ ਆ, ਜਿਵੇਂ ਕਿ ਵਟ ਇਜ਼ ਨੌਲੇਜ, ਕੀ ਹੈ ਨੌਲੇਜ ਨੂੰ ਆਪਾਂ ਕਿਵੇਂ ਐਕਵਾਇਰ ਕਰਨਾ, ਹਾਸਿਲ ਕਰਨਾ। ਵਟ ਡੂ ਪੀਪਲ ਨੋ, ਲੋਕਾਂ ਨੂੰ ਕੀ ਕੀ ਪਤਾ। ਹਾਊ ਡੂ ਵੀ ਨੋ ਵਟ ਵੀ ਨੋ, ਕਹਿੰਦੇ ਆਪਾਂ ਇਹ ਕਿਵੇਂ ਜਾਣ ਸਕਦੇ ਹਾਂ ਕਿ ਆਪਾਂ ਨੂੰ ਕੀ ਕੁਛ ਪਤਾ ਹੈਗਾ। ਵਾਈ ਡੂ ਵੀ ਨੋ ਵਟ ਵੀ ਨੋ, ਤਾਂ ਆਪਾਂ ਕਿਉਂ ਪਤਾ ਕਰਨਾ ਇਹ ਕਿ ਆਪਾਂ ਨੂੰ ਕੀ ਕੁਛ ਪਤਾ। ਦੇਖੋ ਬੇਸਿਕ ਕੁਸ਼ਚਨ ਹੈ ਬਟ ਇਹ ਕੀ ਹੈ ਫਿਲੋਸਫੀ ਦੀ ਸਟੱਡੀ ਹੈ। ਫਿਲੋਸਫੀ ਦੇ ਵਿੱਚ ਇਹ ਇੱਦਾਂ ਦੇ ਕੁਸ਼ਚਨ ਹੁੰਦੇ ਆ ਕਿ ਆਪਾਂ ਬੇਸਿਕ ਸਟੱਡੀ ਕਰਨੀ ਹੈ ਆਪਣੇ ਆਪ ਬਾਰੇ। ਉਸੇ ਤਰ੍ਹਾਂ ਮਸ਼ੀਨ ਦੇ ਵਿੱਚ ਹੁੰਦਾ ਕਿ ਮਸ਼ੀਨਸ ਆਪਣੇ ਆਪ 'ਤੇ ਚੈੱਕ ਕਰਦੀਆਂ ਕਿ ਉਹਨਾਂ ਨੂੰ ਕੀ ਕੀ ਪਤਾ ਹੈਗਾ। Ontology is a study of the category of thing that exist or may exist in some domain. AI the program that sentence deals with the various kind of object, and we studied what these kind are and what the basic properties. Ontology ਕੀ ਹੈ, ਇੱਕ ਪ੍ਰੋਡਕਟ ਬਾਰੇ ਸਟੱਡੀ ਹੈ, ਤਾਂ ਪ੍ਰੋਡਕਟ ਦੇ ਵਿੱਚ ਕੀ ਹੈ ਆਪਾਂ ਚੈੱਕ ਕਰਾਂਗੇ ਕਿ ਕਿਸ ਤਰ੍ਹਾਂ ਦਾ ਓਬਜੈਕਟ ਹੈ, ਕਿਸ ਤਰ੍ਹਾਂ ਦੀਆਂ ਉਹਦੀਆਂ ਪ੍ਰੋਪਰਟੀਜ਼ ਹੈ, ਓਬਜੈਕਟ ਦੇ ਵਿੱਚ ਕੀ ਕੀ ਬਿਹੇਵੀਅਰ ਹੈ, ਉਸ ਓਬਜੈਕਟ ਬਾਰੇ ਪ੍ਰੋਪਰ ਜਿਹੜੀ ਆਪਾਂ ਸਟੱਡੀ ਕਰਦੇ ਉਹਨੂੰ ਆਪਾਂ ਐਂਟੋਲੋਜੀ ਕਹਿੰਦੇ ਹਾਂ। ਨੈਕਸਟ ਆਪਣਾ ਹੈਗਾ ਜੀ ਹਿਊਰਿਸਟਿਕਸ। ਹਿਊਰਿਸਟਿਕਸ ਪਰਟੇਨਸ ਟੂ ਦਾ ਪ੍ਰੋਸੈਸ ਆਫ ਗੇਨਿੰਗ ਨੌਲੇਜ ਔਰ ਸਮ ਡਿਜ਼ਾਇਰਡ ਰਿਜ਼ਲਟ ਬਾਈ ਇੰਟੈਲੀਜੈਂਸ ਗੈਸ ਵਰਕ ਰੈਦਰ ਦੈਨ ਬਾਈ ਦਾ ਫੋਲੋਇੰਗ ਪ੍ਰੀ ਸਟੈਬਲਿਸ਼ ਫਾਰਮੂਲਾ। ਹਿਊਰਿਸਟਿਕ ਹੁੰਦਾ ਕਿ ਆਪਾਂ ਆਪਣੀ ਇੰਟੈਲੀਜੈਂਸ ਯੂਜ਼ ਕਰਕੇ ਕੋਈ ਡਿਜ਼ਾਇਰਡ ਰਿਜ਼ਲਟ ਅਚੀਵ ਕਰ ਲਿਆ, ਬਟ ਉਹਦੇ ਵਿੱਚ ਕੀ ਆਪਾਂ ਕੋਈ ਵੀ ਪ੍ਰੀ ਸਟੈਬਲਿਸ਼ ਫਾਰਮੂਲਾ ਨਹੀਂ ਯੂਜ਼ ਕੀਤਾ। ਜਿਹੜੀਆਂ ਪਹਿਲਾਂ ਕੋਈ ਮੰਨ ਲਓ ਪ੍ਰੋਬਲਮ ਆਈ, ਜਿਹੜੀਆਂ ਉਹਦੇ ਪਹਿਲਾਂ ਡਿਸੀਜ਼ਨ ਲਏ ਗਏ ਸੀ, ਆਪਾਂ ਉਹ ਡਿਸੀਜ਼ਨ ਨਹੀਂ ਉਹ ਪ੍ਰੋਬਲਮਸ ਦੇ ਲਏ, ਆਪਣੀ ਇੰਟੈਲੀਜੈਂਸ ਦੇ ਬੇਸ 'ਤੇ ਨਵੇਂ ਡਿਸੀਜ਼ਨਸ ਲਏ ਆ ਅਤੇ ਆਪਾਂ ਜਿਹੜੀ ਆਪਣੀ ਡਿਜ਼ਾਇਰਡ ਰਿਜ਼ਲਟ ਸੀ ਉਹ ਕੀ ਹੈ ਅਚੀਵ ਕੀਤਾ ਹੋਇਆ। ਜੈਨਰੇਟਿਕ ਪ੍ਰੋਗਰਾਮਿੰਗ is a domain independent method that generally breeds a population of computer programs to solve a problem. Specifically, generative program iteratively transform a population of computer program into a new generation of program by applying analogues of natural occurring genetic operation. ਇਹਦੇ ਵਿੱਚ ਕੀ ਹੈ ਕਿ ਜਿਹੜੇ ਐਗਜ਼ਿਸਟਿੰਗ ਕੰਪਿਊਟਰ ਪ੍ਰੋਗਰਾਮ ਹੈ, ਜਿਹੜੇ ਪਹਿਲਾਂ ਆਪਣੇ ਚੱਲੇ ਆ ਰਹੇ ਆ, ਉਹਨਾਂ ਨੂੰ ਕੀ ਹੈ ਨਵੀਂ ਜਨਰੇਸ਼ਨ ਦੇ ਵਿੱਚ ਕਨਵਰਟ ਕਰਨਾ, ਉਹਦੇ ਵਿੱਚ ਨਵੇਂ ਨਵੇਂ ਜਿਹੜੇ ਓਪਰੇਸ਼ਨਸ ਪਰਫੋਰਮ ਕਰਨੇ, ਨਵੀਂ ਜਨਰੇਸ਼ਨ ਦੇ ਅਕੋਰਡਿੰਗ ਉਹਨਾਂ ਨੂੰ ਅਪਲਾਈ ਕਰਨਾ। ਲੌਜੀਕਲ AI, ਲੌਜੀਕਲ AI ਇਨਵੋਲਵ ਰਿਪਰਜੈਂਟੇਸ਼ਨ ਨੌਲੇਜ ਆਫ ਐਨ ਏਜੰਟ ਵਰਡ, ਇਟਸ ਗੋਲ ਐਂਡ ਕਰੰਟ ਸਿਚੁਏਸ਼ਨ ਬਾਏ ਸੈਂਟਿਕ ਇਨ ਲੌਜਿਕ, ਕਿ ਆਪਾਂ ਲੌਜਿਕ ਫਾਈਂਡ ਆਊਟ ਕਰਦੇ ਹਾਂ ਕਿ ਆਪਣਾ ਜਿਹੜਾ ਆਪਾਂ ਟਾਸਕ ਪਰਫੋਰਮ ਕਰ ਰਹੇ ਹਾਂ ਉਹਦਾ ਗੋਲ ਕੀ ਹੈ, ਉਹਦੀ ਕਰੰਟ ਸਿਚੁਏਸ਼ਨ ਕੀ ਹੈ ਆਪਣੇ ਟਾਸਕ ਦੀ। ਇਹ ਸਾਰੀਆਂ ਲੌਜੀਕਲ ਥਿੰਗਸ ਆਪਾਂ ਆਪਦੇ ਟਾਸਕ ਬਾਰੇ ਕਲੈਕਟ ਕਰਕੇ ਰੱਖਦੇ ਹਾਂ। ਹਾਂਜੀ, ਇਹ ਆਪਣਾ ਅੱਜ ਦਾ ਟੋਪਿਕ ਸੀ।
ਥੈਂਕ ਯੂ।